ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਲੈਸਨ ਨੰਬਰ 2A ਦਾ ਭਾਰਤ ਧਰਾਤਲ ਅਤੇ ਭੂ ਆਕ੍ਰਿਤੀਆਂ ਨੂੰ ਪੜ੍ਹਾਂਗੇ। ਇਸ ਵਿੱਚ ਬੇਟਾ ਤੁਸੀਂ ਭਾਰਤ ਦੀ ਭੂਗੋਲਿਕ ਵੰਡ ਨੂੰ ਵਿਸਥਾਰ ਦੇ ਵਿੱਚ ਜਾਣੋਗੇ। ਬੇਟਾ ਪਿਛਲੇ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਭਾਰਤ ਭੂਗੋਲਿਕ ਵਿਸਥਾਰ ਵਾਲਾ ਵੱਡਾ ਦੇਸ਼ ਹੈ ਤੇ ਖੇਤਰਫਲ ਦੇ ਪੱਖੋਂ 7ਵਾਂ ਅਤੇ ਜਨਸੰਖਿਆ ਦੇ ਪੱਖੋਂ ਦੂਸਰਾ ਵੱਡਾ ਦੇਸ਼ ਹੈ। ਤੇ ਬੇਟਾ ਭੂਗੋਲਿਕ ਪੱਖੋਂ ਭਾਰਤ ਦੇ ਵੱਖ-ਵੱਖ ਭੂ-ਭਾਗ ਇਸ ਤਰ੍ਹਾਂ ਦਾ ਭਾਗਾਂ ਦਾ ਨਿਰਮਾਣ ਹੋਇਆ ਹੈ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਵਿਸ਼ੇਸ਼ਤਾ ਜਿਹੜੀ ਉਹ ਪ੍ਰਦਾਨ ਕਰਦੇ ਹਨ ਤੇ ਭਾਰਤ ਨੂੰ ਇੱਕ ਵੱਖਰਾ ਮਹਾਦੀਪ ਭਾਵ ਉਪ ਮਹਾਦੀਪ ਦਾ ਦਰਜਾ ਦਿਵਾਉਂਦੇ ਹਨ। ਬੇਟਾ ਲੈਸਨ ਦੇ ਵਿੱਚ ਸਭ ਤੋਂ ਸਟਾਰਟਿੰਗ ਦੇ ਵਿੱਚ ਆਉਂਦਾ ਭੂ ਆਕ੍ਰਿਤੀ ਵਿਗਿਆਨ ਕੀ ਹੁੰਦਾ ਹੈ। ਭੂ ਆਕ੍ਰਿਤੀ ਵਿਗਿਆਨ ਭਾਵ ਕਿ ਸਾਨੂੰ ਕੁਛ ਨਾ ਕੁਛ ਭਾਰਤ ਵਿੱਚ ਜਿਹੜੀਆਂ ਅਲੱਗ-ਅਲੱਗ ਵੰਡਾਂ ਬਾਰੇ ਜਿਹੜਾ ਉਹਦੇ ਬਾਰੇ ਪੜ੍ਹਨਾ ਹੈ ਕਿ ਭੂ ਆਕ੍ਰਿਤੀ ਵਿਗਿਆਨ, ਭੂ ਆਪਾਂ ਧਰਤੀ ਕਹਿੰਦੇ ਹਾਂ, ਆਕ੍ਰਿਤੀ ਕੋਈ ਦਿੱਖ ਦੇਣ ਵਾਲਾ, ਉਹ ਵਿਗਿਆਨ ਆ ਭੂਗੋਲ ਦੀ ਉਹ ਸ਼ਾਖਾ ਵਾ ਜਿਹਦੇ ਵਿੱਚ ਅਸੀਂ ਭੂ ਆਕ੍ਰਿਤੀਆਂ ਦਾ ਨਿਰਮਾਣ ਕਿ ਜੋ ਵੱਖ-ਵੱਖ ਪਹਾੜ ਪਠਾਰ ਮੈਦਾਨ ਜਿਹੜੇ ਉਹ ਬਣਦੇ ਆ ਤੇ ਉਹਨਾਂ ਦੇ ਬਣਨ ਦੇ ਕੀ ਕਾਰਨ ਹਨ, ਇਹਨਾਂ ਦੇ ਅਧਿਐਨ ਬਾਰੇ ਪੜ੍ਹਿਆ ਜਾਂਦਾ ਹੈ। ਉਸ ਨੂੰ ਕਹਿੰਦੇ ਭੂ ਆਕ੍ਰਿਤੀ ਵਿਗਿਆਨ। ਤੇ ਇੰਡੀਆ ਜਿਹੜਾ ਵਾ ਸਾਡਾ ਉਹ ਭੂ ਆਕ੍ਰਿਤੀਆਂ ਨਾਲ ਭਰਿਆ ਹੋਇਆ ਦੇਸ਼ ਹੈ। ਠੀਕ ਹੈ, ਇਸ ਦੇ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਅਤੇ ਦੱਖਣ ਦੇ ਵਿੱਚ ਬੇਟਾ ਪ੍ਰਾਇਦੀਪ ਪਠਾਰ ਜਿਹੜੀ ਉਹ ਪਾਈ ਜਾਂਦੀ ਹੈ। ਠੀਕ ਹੈ, ਤੇ ਇਹ ਜਿਹੜੀਆਂ ਵੱਖ-ਵੱਖ ਭੂ ਆਕ੍ਰਿਤੀਆਂ ਬਣਦੀਆਂ ਹੈ ਇਹਦਾ ਕਾਰਨ ਕੀ ਆ, ਧਰਤੀ ਦੀਆਂ ਅੰਦਰੂਨੀ ਅਤੇ ਬਾਹਰੀ ਸ਼ਕਤੀਆਂ ਜਿਹੜੀਆਂ ਵਾ ਉਹਨਾਂ ਦੇ ਕਾਰਨ ਧਰਤੀ ਦੇ ਵਿੱਚ ਕਈ ਵਾਰ ਬੇਟਾ ਉਭਰਨ ਤੇ ਨਿਗਰਨ ਜਿਹੜਾ ਉਹ ਹੋ ਜਾਂਦਾ ਹੈ। ਭਾਵ ਕਿ ਕਈ ਵਾਰ ਅਚਾਨਕ ਧਰਤੀ ਦੇ ਅੰਦਰੂਨੀ ਹਿਲਜੁਲ ਦੇ ਕਰਕੇ ਬੇਟਾ ਕਈ ਵਾਰ ਧਰਤੀ ਦੇ ਵਿੱਚੋਂ ਅਚਾਨਕ ਜਿਹੜੀ ਕੋਈ ਧਰਤੀ ਦਾ ਕੁਝ ਹਿੱਸਾ ਜਿਹੜਾ ਉੱਭਰ ਆਉਂਦਾ ਹੈ ਪਹਾੜ ਦੇ ਰੂਪ ਦੇ ਵਿੱਚ, ਤੇ ਕਈ ਵਾਰ ਅਚਾਨਕ ਕੋਈ ਚੀਜ਼ ਜਿਹੜੀ ਹੇਠਾਂ ਧੱਸ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਇਹ ਪ੍ਰਕਿਰਿਆ ਹੈ ਬੇਟਾ ਹੌਲੀ ਤੇ ਤੇਜ਼ ਚੱਲਣ ਵਾਲੀਆਂ ਪ੍ਰਕਿਰਿਆਵਾਂ ਦੇ ਵਿੱਚ ਸ਼ਾਮਲ ਹੁੰਦੀਆਂ। ਇੰਡੀਆ ਦਾ ਕੁੱਲ ਖੇਤਰਫਲ ਜਿਹੜਾ ਹੈ ਬੇਟਾ 32,87,263 ਵਰਗ ਕਿਲੋਮੀਟਰ ਹੈ, ਜਿਹਦੇ ਵਿੱਚ ਪਹਾੜੀਆਂ ਹੁੰਦੀਆਂ 18.6%, ਉੱਚੇ ਪਹਾੜ 10.7%, ਪ੍ਰਾਇਦੀਪ ਪਠਾਰ ਬੇਟਾ 27.7% ਤੇ ਮੈਦਾਨ ਜਿਹੜੇ ਉਹ 43% ਹਿੱਸੇ ਦੇ ਵਿੱਚ ਪਾਏ ਜਾਂਦੇ ਹਨ। ਠੀਕ ਹੈ, ਇਸ ਤੋਂ ਬਾਅਦ ਆਪਾਂ ਇਹਦੀ ਭੂਗੋਲਿਕ ਵੰਡ ਦੀ ਗੱਲ ਕਰਾਂਗੇ। ਭੂਗੋਲਿਕ ਵੰਡ ਦੇ ਵਿੱਚ ਸਭ ਤੋਂ ਪਹਿਲਾਂ ਵੇਖੋ ਕਿ ਭੂ ਆਕ੍ਰਿਤੀ ਦੇ ਤੌਰ 'ਤੇ ਇੰਡੀਆ ਨੂੰ 5 ਭਾਗਾਂ 'ਚ ਵੰਡਿਆ ਜਾਂਦਾ ਹੈ। ਪਹਿਲੇ ਨੰਬਰ 'ਤੇ ਆਉਂਦੇ ਵਿਸ਼ਾਲ ਹਿਮਾਲਿਆ ਪਰਬਤ, ਦੂਸਰੇ ਨੰਬਰ 'ਤੇ ਆਉਂਦੇ ਉੱਤਰ ਦੇ ਵਿਸ਼ਾਲ ਮੈਦਾਨ ਤੇ ਮਾਰੂਥਲ, ਥਰਡ ਪ੍ਰਾਇਦੀਪ ਪਠਾਰ, ਫੋਰਥ ਤੱਟ ਦੇ ਮੈਦਾਨ ਤੇ ਪੰਜਵੇਂ ਨੰਬਰ 'ਤੇ ਆਉਂਦੇ ਭਾਰਤੀ ਦੀਪ ਸਮੂਹ। ਠੀਕ ਹੈ, ਤੇ ਸਭ ਤੋਂ ਪਹਿਲੇ ਨੰਬਰ 'ਤੇ ਅਸੀਂ ਹਿਮਾਲਿਆ ਪਰਬਤ ਦੀ ਜਿਹੜੀ ਉਹ ਗੱਲ ਕਰਾਂਗੇ। ਹਿਮਾਲਿਆ ਪਰਬਤ ਜਿਹੜਾ ਹੈ ਬੇਟਾ ਭਾਰਤ ਦੇ ਦੱਖਣ ਵੱਲ ਸਥਿਤ ਹੈਗਾ। ਠੀਕ ਹੈ, ਤੇ ਇਹਦੀ ਸਿਰਜਣਾ ਜਿਹੜੀ ਉਹ ਕਿੱਦਾਂ ਹੋਈ, ਸਿਰਜਣਾ ਦਾ ਕਾਰਨ ਬੇਟਾ ਕੀ ਹੀ ਕਿ ਸਭ ਟੈਕਟੋਨਿਕ ਕਿਰਿਆਵਾਂ। ਠੀਕ ਹੈ, ਟੈਕਟੋਨਿਕ ਕਿਰਿਆਵਾਂ ਦੇ ਨਾਲ ਹਿਮਾਲਿਆ ਪਰਬਤ ਦਾ ਨਿਰਮਾਣ ਹੋਇਆ। ਜਿੱਥੇ ਅੱਜ ਹਿਮਾਲਿਆ ਪਰਬਤ ਆ ਉੱਥੇ 12 ਕਰੋੜ ਸਾਲ ਪਹਿਲਾਂ ਇੱਕ ਟੈਥੀਜ਼ ਨਾਂ ਦਾ ਸਮੁੰਦਰ ਹੁੰਦਾ ਸੀ। ਠੀਕ ਹੈ, ਟੈਥੀਜ਼ ਜਿਹੜਾ ਕਿ ਘੱਟ ਡੂੰਘਾ ਤੇ ਵਿਸ਼ਾਲ ਸਾਗਰ ਸੀ। ਇਸ ਦੇ ਬੇਟਾ ਉੱਤਰ ਦੇ ਵਿੱਚ ਜਿਹੜੀ ਸੀ ਉਹ ਆਉਂਦਾ ਸੀ ਯੂਰੇਸ਼ੀਆ ਪਰਬਤ। ਠੀਕ ਹੈ, ਤੇ ਨੀਚੇ ਆਉਂਦਾ ਦੱਖਣ ਵੱਲ ਆਉਂਦੀ ਗੋਂਡਵਾਨਾ ਲੈਂਡ। ਇਹਨਾਂ ਦੋਵਾਂ ਪਲੇਟਾਂ ਦੇ ਆਪਸ ਵਿੱਚ ਖਿਸਕਣ ਦੇ ਕਾਰਨ ਜਿਹੜਾ ਟੈਥੀਜ਼ ਸਮੁੰਦਰ ਸੀ ਇੱਥੇ ਧਰਤੀ ਦਾ ਉਭਾਰ ਹੋਇਆ, ਕਹਿ ਲਓ ਉਭਰਨ ਹੋਇਆ, ਤੇ ਜਿਹੜਾ ਹੀ ਹਿਮਾਲਿਆ ਪਰਬਤ ਦੀ ਸਿਰਜਣਾ ਜਿਹੜੀ ਉਹ ਇੱਥੇ ਹੋਈ। ਠੀਕ ਹੈ, ਜਲੋੜ ਉੱਪਰ ਉੱਠ ਗਿਆ ਤੇ ਹਿਮਾਲਿਆ ਦਾ ਜਨਮ ਹੋਇਆ। ਇਸ ਤੋਂ ਇਲਾਵਾ ਉਹਨੇ ਕਿਹਾ ਜੀ ਭਾਰਤੀ ਭੂਗੋਲਿਕ ਪਲੇਟ ਜਿਹੜੀ ਅਜੇ ਵੀ ਬੇਟਾ ਯੂਰੇਸ਼ੀਅਨ ਪਲੇਟ ਦੇ ਥੱਲੇ ਜਾ ਰਹੀ ਹੈ, ਜਿਹਦਾ ਕਾਰਨ ਕੀ ਆ ਕਿ ਹਰ ਸਾਲ ਹਿਮਾਲਿਆ ਪਰਬਤ 5 ਤੋਂ 10 ਸੈਂਟੀਮੀਟਰ ਜਿਹੜਾ ਉਹ ਉੱਚਾ ਉੱਠਦਾ ਪਿਆ ਹੈ। ਠੀਕ ਹੈ, ਇਹ ਸੰਸਾਰ ਦਾ ਸਭ ਤੋਂ ਉੱਚੇ ਤੇ ਜਵਾਨ ਪਰਬਤ ਹੈਗੇ ਆ ਵਲਨ ਪਰਬਤ ਜਿਹੜੇ ਵੱਲ ਪੈ ਜਾਂਦੇ। ਹਿਮਾਲਿਆ ਦੀ ਲੰਬਾਈ ਦੀ ਗੱਲ ਕਰੀਏ ਤਾਂ ਇਹ 2400 ਕਿਲੋਮੀਟਰ ਹੈਗੀ ਹੈ। ਠੀਕ ਹੈ,
ਚੌੜਾਈ ਇਹਦੀ ਕਸ਼ਮੀਰ ਦੇ ਵਿੱਚ ਇੱਥੇ ਜਿਹੜੀ ਆ ਉਹ 400 ਤੋਂ 500 ਕਿਲੋਮੀਟਰ ਦੇ ਵਿੱਚ ਆ, ਤੇ ਅਰੁਣਾਚਲ ਪ੍ਰਦੇਸ਼ 'ਚ ਜਾਂਦੀ ਜਾਂਦੀ ਇਹਦੀ ਚੌੜਾਈ ਜਿਹੜੀ ਬੇਟਾ 200 ਕਿਲੋਮੀਟਰ ਹੀ ਰਹਿ ਜਾਂਦੀ। ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਹੈ ਹਿਮਾਲਿਆ ਪਰਬਤ ਨੂੰ ਅੱਗੇ ਸਬ ਪਾਰਟ ਦੇ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਟਰਾਂਸ ਹਿਮਾਲਿਆ, ਫਿਰ ਉੱਚਤਮ ਹਿਮਾਲਿਆ ਜਾਂ ਹਿਮਾਦਰੀ, ਫਿਰ ਛੋਟਾ ਜਾਂ ਨੀਵਾਂ ਹਿਮਾਲਿਆ, ਅਤੇ 4th ਨੰਬਰ 'ਤੇ ਆਉਂਦਾ ਸ਼ਿਵਾਲਿਕ ਜਾਂ ਪੂਰਵਾਂਚਲ। ਅਤੇ ਸਭ ਤੋਂ ਪਹਿਲੇ ਬੇਟਾ ਟਰਾਂਸ ਹਿਮਾਲਿਆ ਦੀ ਗੱਲ ਕਰੀਏ ਤਾਂ ਟਰਾਂਸ ਹਿਮਾਲਿਆ ਜਿਹੜਾ ਵਾ ਹਿਮਾਲਿਆ ਪਰਬਤ ਦੇ ਉੱਤਰ ਵੱਲ ਹੈਗਾ ਹੈ। ਇਹਨੂੰ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਹੈ। ਲੰਬਾਈ ਇਹਦੀ ਪੱਛਮ ਤੋਂ ਪੂਰਬ ਵੱਲ 1000 ਕਿਲੋਮੀਟਰ, ਅਤੇ ਉਚਾਈ ਜਿਹੜੀ ਹੈ ਬੇਟਾ ਉਹ ਸੀ ਲੈਵਲ ਤੋਂ ਮਾਪੀ ਜਾਂਦੀ ਹੈ। ਜਿਵੇਂ ਸਮੁੰਦਰ ਦਾ ਲੈਵਲ ਸਤ੍ਹਾ ਹੈ ਉੱਪਰ, ਇੱਥੋਂ ਕਿਸੇ ਚੀਜ਼ ਦੀ ਉਚਾਈ ਜਿਹੜੀ ਉਹ ਮਾਪੀ ਜਾਂਦੀ ਆ, ਅਤੇ ਜਾਂ ਇਹਦੀ ਡੂੰਘਾਈ ਜਿਹੜੀ ਉਹ ਮਾਪੀ ਜਾਂਦੀ ਹੈ। ਠੀਕ ਹੈ। ਟਰਾਂਸ ਹਿਮਾਲਿਆ ਜਿਹੜੀਆਂ ਬੇਟਾ 6000 ਮੀਟਰ ਉੱਚੀਆਂ ਜਿਹੜੀਆਂ ਚੋਟੀਆਂ ਹੈ ਉਹ ਇਹਦੇ ਵਿੱਚ ਪਾਈਆਂ ਜਾਂਦੀਆਂ ਹੈ। ਉਹ ਕਿਹੜੀਆਂ ਹੈ? ਜਾਸਕਰ, ਲਦਾਖ, ਰਕਸ਼ਕੋਸ਼ੀ, ਕੈਲਾਸ਼ ਪਰਬਤ ਸ਼੍ਰੇਣੀ ਜਿਹੜੀਆਂ ਇਹਦੇ ਵਿੱਚ ਆਉਂਦੀਆਂ। ਅਤੇ ਸੰਸਾਰ ਦੀ ਦੂਸਰੇ ਨੰਬਰ 'ਤੇ ਸਭ ਤੋਂ ਉੱਚੀ ਚੋਟੀ ਅਤੇ ਇੰਡੀਆ ਦੀ ਪਹਿਲੀ ਸਭ ਤੋਂ ਉੱਚੀ ਚੋਟੀ ਜਿਹੜੀ ਆ K2 ਗੋਡਵਿਨ ਆਸਟਿਨ ਜਿਹੜੀ ਆ ਉਹ ਟਰਾਂਸ ਹਿਮਾਲਿਆ ਦੇ ਵਿੱਚ ਹੀ ਪਾਈ ਜਾਂਦੀ ਹੈ। ਠੀਕ ਹੈ। ਸੈਕਿੰਡ ਨੰਬਰ ਦੇ ਉੱਪਰ ਬੇਟਾ ਆਉਂਦਾ ਉੱਚਤਮ ਹਿਮਾਲਿਆ। ਉੱਚਤਮ ਹਿਮਾਲਿਆ ਦੇ ਵਿੱਚ ਇਹਨੂੰ ਅੰਦਰੂਨੀ ਜਾਂ ਹਿਮਾਦਰੀ ਹਿਮਾਲਿਆ ਵੀ ਕਿਹਾ ਜਾਂਦਾ ਹੈ। ਠੀਕ ਹੈ। ਇਹਦੀ ਔਸਤ ਉਚਾਈ 5100 ਮੀਟਰ ਹੈ। ਉਚਾਈ ਦੀ ਗੱਲ ਕਰਦੇ ਵੀ ਹੁਣ 6000 ਤੋਂ ਦੂਜੇ ਨੰਬਰ 'ਤੇ ਜਿਹੜੀ ਚੋਟੀਆਂ ਆ ਗਈਆਂ ਉਹ 5100 ਮੀਟਰ ਦੀਆਂ ਹੈ, ਅਤੇ ਇਹਦੀ ਜਿਹੜੀ ਲੰਬਾਈ ਉਹ 2400 ਕਿਲੋਮੀਟਰ ਹੈ। ਇਹਦੇ ਵਿੱਚ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਜਿਹੜੀ ਮਾਊਂਟ ਐਵਰੈਸਟ ਹੈ, ਜਿਸ ਦੀ ਉਚਾਈ 8848 ਮੀਟਰ ਹੈ, ਉਹ ਇਸੇ ਪਰਬਤਮਾਲਾ ਦੇ ਵਿੱਚ ਹੀ ਆਉਂਦੀ ਹੈਗੀ ਹੈ। ਇਸ ਤੋਂ ਇਲਾਵਾ ਬੇਟਾ ਕੰਚਨਜੰਗਾ, ਮਕਾਲੂ, ਧੌਲਾਗਿਰੀ, ਪਸਾਲੂ, ਨੰਗਾ ਪਰਬਤ, ਅੰਨਪੂਰਨਾ ਜਿਹੜੇ ਆ ਉਹ ਇਹਦੇ ਵਿੱਚ ਪਾਏ ਜਾਂਦੇ ਆ। ਇਸ ਤੋਂ ਇਲਾਵਾ ਹਿਮਾਲਿਆ ਨੂੰ ਪਾਰ ਕਰਨ ਦੇ ਲਈ ਬੇਟਾ ਦਰੇ ਹੁੰਦੇ ਰਸਤੇ, ਪਾਸਸ। ਠੀਕ ਹੈ। ਜਿਵੇਂ ਬੁਰਜਿਲ, ਜੋਜਲਾਲਾ ਕਸ਼ਮੀਰ 'ਚ, ਬੜਾ ਲਾਚਾਲਾ, ਸ਼ਿਪਕੀਲਾ ਹਿਮਾਚਲ ਵਿੱਚ ਆ। ਇੱਦਾਂ ਅਲੱਗ ਜਿਹੜੇ ਆ ਦਰੇ ਬਣੇ ਆ ਜਿਹੜੇ ਕਿ ਉਹਨਾਂ ਨੂੰ ਪਾਰ ਕਰਨ ਦੇ ਵਿੱਚ ਮਦਦ ਕਰਦੇ ਆ। ਪਹਾੜੀ ਭਾਸ਼ਾਵਾਂ ਦੇ ਵਿੱਚ ਬੇਟਾ ਲਾ ਨੂੰ ਦਰਾ ਕਿਹਾ ਜਾਂਦਾ ਹੈ। ਠੀਕ ਹੈ। ਅਤੇ ਨੈਕਸਟ 3rd ਨੰਬਰ 'ਤੇ ਆਉਂਦਾ ਹੈ ਵਿਚਕਾਰਲਾ ਜਾਂ ਛੋਟਾ ਹਿਮਾਲਿਆ। ਇਹ ਜਿਹੜਾ ਵਾ ਸ਼ਿਵਾਲਿਕ ਪਰਬਤ ਸ਼੍ਰੇਣੀ ਅਤੇ ਉੱਚਤਮ ਹਿਮਾਲਿਆ ਦੇ ਵਿਚਕਾਰ ਆਉਂਦਾ ਹੈ। ਠੀਕ ਹੈ। ਅਤੇ ਇਹਨਾਂ ਦੀ ਪਰਬਤ ਲੜੀ ਜਿਹੜੀ ਆ ਬੇਟਾ 5050 ਮੀਟਰ ਉੱਚੀ ਹੈ। ਇਹਦੇ ਵਿੱਚ ਜਿਹੜੀਆਂ ਜ਼ਿਆਦੀਆਂ ਚੋਟੀਆਂ ਵਾ ਉਹ ਹਮੇਸ਼ਾ ਜ਼ਿਆਦਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹੈ। ਇਹਦੇ ਵਿੱਚ ਪੀਰ ਪੰਜਾਲ, ਧੌਲਾਧਾਰ, ਮਸੂਰੀ, ਨਾਗਾ ਟਿੱਬਾ, ਮਹਾਭਾਰਤ ਜਿਹੜੀਆਂ ਚੋਟੀਆਂ ਪਾਈਆਂ ਜਾਂਦੀਆਂ ਹੈ। ਅਤੇ ਹਿਲ ਸਟੇਸ਼ਨ ਵੀ ਇੱਥੇ ਹੈਗੇ ਜਿਵੇਂ ਸ਼ਿਮਲਾ, ਮਸੂਰੀ, ਡਲਹੌਜੀ, ਨੈਨੀਤਾਲ, ਕਾਂਗੜਾ, ਕੁੱਲੂ ਘਾਟੀ। ਠੀਕ ਹੈ। ਇਹ ਸਾਰੇ ਵਿਚਕਾਰਲਾ ਜਾਂ ਛੋਟਾ ਹਿਮਾਲਿਆ ਦੇ ਵਿੱਚ ਸਿਹਤਵਰਧਕ ਜਿਹੜੇ ਹਿਲ ਸਟੇਸ਼ਨ ਜਿਹੜੇ ਉਹ ਪਾਏ ਜਾਂਦੇ। ਲਾਸਟ ਬੇਟਾ ਇਹਦੀ ਆਉਂਦੀ ਸ਼ਿਵਾਲਿਕ ਲੜੀ। ਸ਼ਿਵਾਲਿਕ ਲੜੀ ਜਿਹੜੀ ਆ ਇਹਨੂੰ ਬਾਰੀ ਹਿਮਾਲਿਆ ਕਿਹਾ ਜਾਂਦਾ ਹੈ। ਲੰਬਾਈ ਬੇਟਾ 2400 ਕਿਲੋਮੀਟਰ, ਚੌੜਾਈ ਜਿਹੜੀ ਉਹ 50 ਮੀਟਰ ਹਿਮਾਚਲ ਪ੍ਰਦੇਸ਼ ਵਿੱਚ, ਅਤੇ ਬ੍ਰਹਮਪੁੱਤਰ ਘਾਟੀ ਵਿੱਚ 15 ਕਿਲੋਮੀਟਰ ਤੋਂ ਵੀ ਘੱਟ ਆ ਜਾਂਦੀ। ਭਾਵ ਕਿ ਜੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ, ਹਿਮਾਚਲ ਪ੍ਰਦੇਸ਼ ਸਾਡਾ ਆਉਂਦਾ ਇੱਥੇ। ਠੀਕ ਹੈ। ਇੱਥੇ ਜਿਹੜੀ ਆ ਇੱਥੋਂ ਪੰਜਾਬ ਆ, ਹੌਲੀ ਹੌਲੀ ਇਹ ਜਿਹੜੀ ਆ ਅਰੁਣਾਚਲ ਪ੍ਰਦੇਸ਼ ਵਿੱਚ ਆ ਕੇ ਇਹ 15 ਬ੍ਰਹਮਪੁੱਤਰ ਜਿਹਦੀ ਨਦੀ ਇੱਥੋਂ ਆਉਂਦੀ ਹੈ, ਬ੍ਰਹਮਪੁੱਤਰ ਨਦੀ ਇੱਥੋਂ ਆ ਕੇ ਐਨ ਨਿਕਲਦੀ, ਅਤੇ ਇੱਥੇ ਆ ਕੇ ਇਹ 15 ਮੀਟਰ ਤੋਂ ਵੀ ਘੱਟ ਹੋ ਰਹਿ ਜਾਂਦੀ ਕਿਲੋਮੀਟਰ ਤੋਂ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਵਿੱਚ ਦਿਹਾਂਗ ਤੋਂ ਹਿਮਾਲਿਆ ਪਰਬਤ ਅਚਾਨਕ ਦੱਖਣ ਦਿਸ਼ਾ ਮੁੜ ਜਾਂਦਾ ਹੈ। ਇਹਨੂੰ ਪੂਰਵਾਂਚਲ ਸ਼੍ਰੇਣੀ ਕਿਹਾ ਜਾਂਦਾ ਹੈ। ਇਸ ਨੈਕਸਟ ਜਿਹੜੀ ਆ ਆਪਣੇ ਇਹਦੇ ਵਿੱਚ ਮੇਘਾਲਿਆ ਵਿੱਚ ਗਾਰੋ, ਖਾਸੀ, ਜੈਂਤੀ ਦੀਆਂ ਪਹਾੜੀਆਂ ਵੀ ਇਸੇ ਲੜੀ ਦੇ ਵਿੱਚ ਪਾਈਆਂ ਜਾਂਦੀਆਂ। ਇਹ ਹਿਮਾਲਿਆ ਪਰਬਤ ਉਹਦੇ ਸਬ ਪਾਰਟ। ਨੈਕਸਟ ਬੇਟਾ ਆਪਾਂ ਕਰਾਂਗੇ ਹਿਮਾਲਿਆ ਦੇ ਅਸਰ, ਭਾਵ ਹਿਮਾਲਿਆ ਪਰਬਤ ਦੇ ਹੋਣ ਦੇ ਕੀ ਫਾਇਦੇ ਹੈਗੇ ਆ। ਸਭ ਤੋਂ ਪਹਿਲਾਂ ਨੰਬਰ 'ਤੇ ਬੇਟਾ ਇਹ ਜਿਹੜੀਆਂ ਵਾ ਸਾਨੂੰ ਉੱਤਰ ਵੱਲੋਂ ਆਉਂਦੀਆਂ ਠੰਡੀਆਂ ਹਵਾਵਾਂ ਤੋਂ ਬਚਾਉਂਦੀ।
ਠੀਕ ਹੈ। ਜੇ ਨਾ ਹੋਵੇ ਤੇ ਹੌਲੀ ਹੌਲੀ ਇਹ ਜਿਹੜੀਆਂ ਠੰਡੀਆਂ ਹਵਾਵਾਂ ਇਹ ਭਾਰਤ ਨੂੰ ਬਹੁਤ ਠੰਡਾ ਕਰ ਦਿੰਦੀਆਂ ਤੇ ਇੱਕ ਮਾਰੂਥਲ ਦੇ ਰੂਪ ਦੇ ਵਿੱਚ ਇਹ ਜਿਹੜਾ ਪੰਜਾਬ ਹੈ ਕਹਿ ਲਓ ਜਾਂ ਇੰਡੀਆ ਦੇ ਕੁਝ ਪਾਰਟ ਜਿਹੜਾ ਮਾਰੂਥਲ 'ਚ ਤਬਦੀਲ ਹੋ ਸਕਦਾ ਹੈ। ਇਸ ਤੋਂ ਇਲਾਵਾ ਬੇਟਾ ਜਿਹੜੀ ਮਾਨਸੂਨ ਦੀ ਵਰਖਾ ਹੁੰਦੀ ਹੈ, ਜਦੋਂ ਮਾਨਸੂਨ ਪਾਉਣਾ ਆਉਂਦੀਆਂ ਹੈ ਹਿਮਾਲਿਆ ਪਰਬਤ ਨਾਲ ਟਕਰਾਉਂਦੀਆਂ ਹੈ ਤੇ ਇਸ ਪੂਰੇ ਇੰਡੀਆ ਦੇ ਵਿੱਚ ਵਰਖਾ ਦਾ ਕਾਰਨ ਬਣਦੀ ਹੈ। ਨੰਬਰ 2 ਦੇ ਉੱਪਰ ਬੇਟਾ ਚੀਨ ਦੇ ਨਾਲ ਇਹਨੂੰ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ, ਠੀਕ ਹੈ। ਨੰਬਰ 3 ਦੇ ਉੱਪਰ ਇਹਦੇ ਵਿੱਚੋਂ ਹਿਮਾਲਿਆ ਪਰਬਤ 'ਚੋਂ ਕੁਝ ਨਦੀਆਂ ਨਿਕਲਦੀਆਂ ਹੈ ਜਿਹਨੂੰ ਬਾਰਾਮਾਸੀ ਨਦੀਆਂ ਕਹਿੰਦੀਆਂ, ਸਾਰਾ ਸਾਲ ਵਗਦੀਆਂ ਰਹਿੰਦੀਆਂ ਅਤੇ ਉਹ ਸਿੰਚਾਈ ਦੇ ਲਈ ਵਰਤੀਆਂ ਜਾਂਦੀਆਂ ਹੈ। ਫਸਲਾਂ ਉਤਪਾਦਨ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਇਹਦੇ ਨਾਲ ਜਿਹੜੀ ਲੋਕਾਂ ਨੂੰ ਅਨਾਜ ਦੀ ਉਤਪਤੀ ਹੁੰਦੀ ਹੈ ਕਿ ਅੰਨ ਦੀ ਸੁਰੱਖਿਆ ਕਰਦਾ ਹੈ। ਨੈਕਸਟ ਜੰਗਲਾਂ, ਹਿਮਾਲਿਆ ਪਰਬਤ ਵਿੱਚ ਜੰਗਲ ਪਾਏ ਜਾਂਦੇ ਆ ਅਤੇ ਜੰਗਲ ਵਿੱਚੋਂ ਬੇਟਾ ਕਈ ਜੜੀ ਬੂਟੀਆਂ ਜਿਹੜੀਆਂ ਉਹ ਪਾਈਆਂ ਜਾਂਦੀਆਂ ਜੋ ਕਿ ਆਯੁਰਵੈਦਿਕ ਦਵਾਈਆਂ ਦੇ ਵਿੱਚ ਇਹਨਾਂ ਦੀ ਬਣਾਉਣ ਦੇ ਵਿੱਚ ਵਰਤੋਂ ਕੀਤੀ ਜਾਂਦੀ। ਨੈਕਸਟ ਆਉਂਦਾ ਜੀ ਇਹਦੇ ਵਿੱਚ ਹਿਲ ਸਟੇਸ਼ਨ, ਜਿਵੇਂ ਆਪਾਂ ਪਿੱਛੇ ਪੜ੍ਹਿਆ ਹੈ ਹਰ ਸਾਲ ਲੱਖਾਂ ਸੈਲਾਨੀ ਜਿਹੜੇ ਆ ਉਹ ਆਉਂਦੇ ਆ ਇੱਥੇ ਘੁੰਮਣ ਫਿਰਨ ਅਤੇ ਇੱਕ ਸੈਰ ਸਪਾਟੇ ਦਾ ਕੇਂਦਰ ਬਣਦੇ। ਅਤੇ ਲਾਸਟ ਵਿੱਚ ਬੇਟਾ ਇੱਥੇ ਕਈ ਹਿਮਾਲਿਆ ਦੇ ਵਿੱਚ ਤੀਰਥ ਸਥਾਨ ਵੀ ਹੈਗੇ ਆ, ਜਿਵੇਂ ਕੈਲਾਸ਼, ਅਮਰਨਾਥ, ਬਦਰੀਨਾਥ, ਕੇਦਾਰਨਾਥ, ਵੈਸ਼ਨੋ ਦੇਵੀ, ਗੰਗੋਤਰੀ, ਜਮਨੋਤਰੀ, ਹੇਮਕੁੰਟ ਸਾਹਿਬ, ਇਹ ਸਾਰੇ ਤੀਰਥ ਸਥਾਨ ਆ ਜਿੱਥੇ ਹਰ ਸਾਲ ਯਾਤਰੀ ਜਿਹੜੇ ਆ ਦਰਸ਼ਨ ਕਰਨ ਲਈ ਆਉਂਦੇ ਆ। ਬੇਟਾ ਇੰਨਾ ਲੈਸਨ ਪੜ੍ਹਨਾ ਹੈ, ਇਹਨੂੰ ਧਿਆਨ ਨਾਲ ਸੁਣਿਓ ਅਤੇ ਇਹਨੂੰ ਰੀਡ ਕਰਿਓ ਅਤੇ ਬਾਕੀ ਜਿਹੜਾ ਆਪਾਂ ਨੈਕਸਟ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।